ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਏ, ਗੱਲਾਂ ਕਰਦਾ ਏ ਤੇ ਫਿਰ ਇੱਕ ਆਵਾਜ਼ ਦਿੰਦਾ ਏ। ਉਹ ਆਪਣੇ ਬੰਦਿਆਂ ਦੀ ਮਾਰਫਤ ਅਮਸਾਲ 6 ਬਾਪ ਉਹਦੀ 9 ਐਤ ਦੇ ਵਿੱਚ ਤੇ ਉਹ ਆਵਾਜ਼ ਏ, ਆਏ ਕਾਹਿਲ ਤੂੰ ਕਦੋਂ ਤੱਕ ਸੁੱਤਿਆਂ ਰਹਿਣਾ ਈ, ਕਿ ਇਸ ਵੇਲੇ ਤੂੰ ਨੀਂਦ ਚੋਂ ਉੱਠਣਾ ਈ। ਥੋੜੀ ਜੀ ਨੀਂਦ, ਇੱਕ ਹੋਰ ਝਪਕੀ, ਸੋਚਾਂ ਖਿਆਲ ਆਉਂਦੇ ਆ ਕਿ ਹਾਂ ਕੰਮ ਮੈਨੂੰ ਵੀ ਕਰ ਹੀ ਲੈਣਾ ਚਾਹੀਦਾ। ਰੱਬ ਦੀ ਆਵਾਜ਼ ਮੇਰੇ ਲਈ ਵੀ ਹੈ ਕਿ ਮੈਂ ਉੱਠਾਂ ਤੇ ਖੁਦਾ ਦਾ ਕੰਮ ਕਰਾਂ, ਪਰ ਕਰਦਾ ਨਹੀਂ। ਆਵਾਜ਼ ਸੁਣ ਲੈਂਦਾ ਏ, ਦਿਲ ਚ ਆਉਂਦੀ ਏ। ਸੋ ਗੁਜਰਾਤ ਦੇ ਵਿੱਚ ਬੜੀ ਇੱਕ ਖੂਬਸੂਰਤ ਗੱਲ ਕਹੀ ਗਈ ਏ, ਜਿਹਦੇ ਵਿੱਚ ਲਿਖਿਆ ਏ, ਮੈਂ ਸੁੱਤੀ ਪਈ ਏ, ਮੈਂ ਸੁੱਤੀ ਪਈ ਏ, ਮੇਰਾ ਦਿਲ ਜਾਗਦਾ ਏ। ਮੇਰਾ ਮਹਿਬੂਬ ਜਿਹੜਾ ਆਵਾਜ਼ਾਂ ਦਿੰਦਾ ਏ ਤੇ ਕਹਿੰਦਾ ਏ, ਮੇਰੇ ਲਈ ਖੋਲ, ਮੇਰੀ ਕਬੂਤਰੀ, ਮੇਰੀ ਪਕੀਜ਼ਾ। ਕੀ ਖੋਲਣਾ ਦਿਲ ਦਾ ਦਰਵਾਜ਼ਾ? ਕਿਸ ਨੂੰ ਖੋਲਣਾ? ਆਪਣੇ ਮੂੰਹ ਨੂੰ ਖੋਲਣਾ। ਸੋ ਲਿਖਿਆ ਹੈ, ਮੇਰੀ ਪਕੀਜ਼ਾ, ਤੇ ਲਿਖਿਆ ਬਾਈਬਲ ਕਹਿੰਦੀ ਏ, ਉਹ ਆਵਾਜ਼ਾਂ ਦੇਣ ਡਿਆ, ਕਹਿਣ ਡਿਆ, ਮੇਰਾ ਸਿਰ ਜਿਹੜਾ ਏ ਸ਼ਬਨਮ ਦੇ ਨਾਲ ਤਰ ਹੋ ਗਿਆ। ਵੇਖ ਮੈਂ ਬਾਹਰ ਖੜਾ ਆਵਾਜ਼ਾਂ ਦੇਈ ਜਾਣ ਡਿਆ ਏ, ਸ਼ਬਨਮ ਦੇ ਨਾਲ ਤਰ ਹੋ ਗਿਆ। ਸਾਰੀ ਰਾਤ ਆਵਾਜ਼ਾਂ ਦੇਈ ਜਾਣ ਡਿਆ, ਤੂੰ ਖੋਲਦੀ ਨਹੀਂ ਪਈ। ਮੇਰੀਆਂ ਜ਼ੁਲਫਾਂ ਰਾਤ ਦੇ ਬੂੰਦਾਂ ਨਾਲ ਭਰੀਆਂ ਹੋਈਆਂ ਹੈ, ਤਰੇਲ ਇੰਨੀ ਪੈ ਗਈ ਏ, ਇੰਨੀ ਸਖਤ ਹੋ ਗਈ। ਇਹ ਕਲੀਸਿਆ ਹੈ, ਖੁਦਾ ਦੇ ਲੋਕ ਨੇ ਜਿਨ੍ਹਾਂ ਨੂੰ ਆਵਾਜ਼ ਏ। ਮੈਂ ਤੇ ਆਪਣੇ ਕੱਪੜੇ ਲਾ ਲਏ, ਫਿਰ ਇਹਨਾਂ ਨੂੰ ਕਿਸ ਤਰ੍ਹਾਂ ਪਹਿਨਾ? ਮੈਂ ਆਪਣੇ ਪੈਰ ਧੋ ਲੈਣੇ, ਹੁਣ ਕਿਉਂ ਮੈਲਾ ਕਰਾਂ? ਤੇ ਲਿਖਿਆ, ਮੇਰੇ ਮਹਿਬੂਬ ਦਾ ਹੱਥ ਸਰਾਖ ਦੇ ਜ਼ਰੀਏ ਅੰਦਰ ਫਿਰ ਆਇਆ। ਕਦੀ ਅਸੀਂ ਉਸ ਤਜਰਬੇ ਨੂੰ ਜਾਣਦੇ ਹਾਂ ਜਿਹੜੇ ਪਾਕਿਸਤਾਨ 'ਚ ਕੁੰਡੇ ਲੱਗੇ ਹੁੰਦੇ ਸੀ, ਉਹ ਵਿੱਚ ਦੀ ਹੱਥ ਪਾ ਕੇ ਕਹਿਣਾ, ਪਤਲਾ ਜਿਹਾ ਹੱਥ ਪਾਓ ਤੇ ਕੁੰਡਾ ਖੋਲ ਲੈਣਾ। ਇਸ ਤਰ੍ਹਾਂ ਲਿਖਿਆ, ਮੇਰਾ ਉਸ ਦਾ ਹੱਥ ਫਿਰ ਸਰਾਖ ਦੇ ਵਿੱਚ ਦੀ ਅੰਦਰ ਆਇਆ ਕਿ ਖੋਲੇ। ਮੇਰੇ ਦਿਲੋਂ ਜਗਰ ਦੇ ਵਿੱਚ ਉਸ ਵੇਲੇ ਜੁੰਬਸ਼ ਹੋਈ। ਫਿਰ ਮੈਂ ਆਪਣੇ ਮਹਿਬੂਬ ਲਈ ਦਰਵਾਜ਼ਾ ਖੋਲਣ ਲਈ ਉੱਠੀ। ਮੇਰੇ ਹੱਥੋਂ ਮੁਰ ਟਪਕਿਆ, ਮੇਰੀ ਉਂਗਲੀਆਂ ਦੇ ਵਿੱਚੋਂ ਰਫੀਕ ਮੁਰ ਟਪਕਿਆ, ਤੇ ਜਦੋਂ ਕਫਲ ਦੇ ਦਸਤਿਆਂ ਦੇ ਉੱਤੇ ਪਿਆ ਤੇ ਮੈਂ ਆਪਣੇ ਮਹਿਬੂਬ ਲਈ ਦਰਵਾਜ਼ਾ ਖੋਲਿਆ, ਪਰ ਮੇਰਾ ਮਹਿਬੂਬ ਮੁੜ ਕੇ ਚਲਾ ਗਿਆ। ਜ਼ਿੰਦਗੀ ਬੀਤ ਗਈ, ਲੱਤਾਂ ਤੋਂ ਤੁਰਨ ਤੋਂ ਰਹਿ ਗਿਆ। ਜਿਨ੍ਹਾਂ ਘਰਾਂ 'ਚ ਜਾ ਜਾ ਕੇ ਘਰ ਘਰ ਕਲਾਮ ਸੁਣਾਉਣਾ ਸੀ, ਉਹ ਦਿਨ ਬੀਤ ਗਏ। ਰਸੂਲਾਂ ਦੀ ਮਾਲ ਨੂੰ ਵੇਖੋ ਭਰਾਓ, 5 ਬਾਪ 40 ਤੋਂ 41 ਐਤ ਤੇ ਗੌਰ ਕਰੋ। 17 ਐਤ ਦੱਸਦੀ ਹੈ ਕਿ ਪਹਿਲਾਂ ਉਹਨਾਂ ਨੇ ਫੜਿਆ, ਆਮ ਹਵਾਲਾ 'ਚ ਬੰਦ ਕਰ ਦਿੱਤਾ, ਖੁਦਾਵੰਦ ਦੇ ਫਰਿਸ਼ਤੇ ਨੇ ਛਡਾਇਆ ਤੇ ਉਹਨਾਂ ਨੂੰ ਆਖਿਆ, ਤੁਹਾਡੇ ਕੋਲ ਜ਼ਿੰਦਗੀ ਦੀਆਂ ਗੱਲਾਂ ਤੇ ਜਾਓ, ਜਾ ਕੇ ਲੋਕਾਂ ਨੂੰ ਦੱਸੋ। ਉਹ ਸੁਬਾਹ ਹੁੰਦੇ ਹੈਕਲ 'ਚ ਚਲੇ ਗਏ, ਉਹਨਾਂ ਕਲਾਮ ਸੁਣਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਫਿਰ ਫੜ ਲਿਆ, ਉਹਨਾਂ ਆਖਿਆ, ਹੁਣ ਤੈਨੂੰ ਕਤਲ ਹੀ ਕਰ ਦੇਣਾ। ਗਮਲੀਅਲ ਨਾਮ ਦਾ ਬੰਦਾ ਹੈ, ਉਹਨੇ ਛਡਾਇਆ। ਉਹਨਾਂ ਆਖਿਆ, ਨਾ ਇੱਦਾਂ ਨਾ ਕਰਿਓ, ਅਗਰ ਤੇ ਇਹ ਟੋਲਾ ਆਪਣੀ ਤਰਫ ਉੱਠੇ ਤਾਂ ਆਪੇ ਮਰ ਜਾਣਾ, ਤੇ ਜੇ ਖੁਦਾ ਦੀ ਤਰਫੋਂ ਤੇ ਤੁਸੀਂ ਨਹੀਂ ਇਹਨਾਂ ਤੇ ਗੱਲ ਪਾ ਸਕਦੇ।
ਉਹਨਾਂ ਗੱਲ ਨੂੰ ਤੇ ਮੰਨ ਲਿਆ, ਪਰ ਫਿਰ ਵੀ ਉਹਨਾਂ ਨੂੰ ਕਟਵਾਇਆ, ਬੇਇੱਜ਼ਤ ਕੀਤਾ। ਤੋ ਇਸ ਗੱਲ ਉੱਤੇ ਬੇਇੱਜ਼ਤ ਹੋ ਕੇ ਚਲੇ ਗਏ ਅਦਾਲਤ 'ਚੋਂ ਕਿ ਅਸੀਂ ਯਿਸੂ ਨਾਂ ਦੀ ਖਾਤਰ ਬੇਇੱਜ਼ਤ ਹੋਣ ਦੇ ਲਾਇਕ ਠਹਿਰੇ। ਤੇ ਲਿਖਿਆ ਉਹ ਹੈਕਲ ਵਿੱਚ ਤੇ ਘਰਾਂ 'ਚ ਹਰ ਰੋਜ਼, ਹੈਕਲ ਵਿੱਚ ਤੇ ਘਰਾਂ ਵਿੱਚ ਹਰ ਰੋਜ਼ ਕਲਾਮ ਸੁਣਾਉਂਦੇ ਸੀ। ਉਹ ਜਿਹੜੇ ਹਰ ਰੋਜ਼ ਕਲਾਮ ਸੁਣਾਉਣਾ ਹੈ, ਉਹ ਦਿਨ ਦਿਹਾੜੇ ਉਹ ਲੌਟ ਕੇ ਆਉਣੇ। ਉਹ ਭਰਾਓ ਜਦੋਂ ਬੁੱਢੇ ਹੋ ਗਏ, ਕਿਆ ਲੋਕਾਂ ਦੇ ਘਰਾਂ 'ਚ ਜਾਵਾਂਗੇ? ਉਦੋਂ ਤੇ ਜਾਂਦੇ ਨੂੰ ਵੀ ਕਹਿਣਾ ਮੈਨੂੰ ਪਾਣੀ ਤੇ ਪਿਲਾ ਜਾ। ਅੱਜ ਮੌਕਾ ਹੈ। ਵਾਸ ਦੀ ਕਿਤਾਬ ਦੇ ਵਿੱਚ ਲਿਖਿਆ ਹੈ, ਇਹ ਜਵਾਨ ਤੂੰ ਆਪਣੀ ਜਵਾਨੀ ਦੇ ਦਿਨਾਂ 'ਚ, ਖੁਦਾ ਜਵਾਨੀ ਦੇ ਦਿਨ ਮੇਰੇ ਕੋ ਤੁਹਾਡੇ ਕੋ ਭਰਾਓ ਮੰਗਦਾ ਪਿਆ ਏ। ਮੈਂ ਤੇ ਖੈਰ ਬੁੱਢਾ ਹੋ ਗਿਆ, ਮੈਂ ਜਵਾਨ ਕੀ ਹਾਂ, ਲੇਕਿਨ ਖੁਦਾਵੰਦ ਦਾ ਸ਼ੁਕਰ ਹੈ ਕਿ ਖੁਦਾ ਨੇ ਬੁਲਾ ਮੈਨੂੰ ਜਵਾਨੀ 'ਚ ਲਿਆ ਸੀ। ਮੈਂ ਉਸ ਵਕਤ ਦਾ ਖੁਦਾਵੰਦ ਦਾ ਕੰਮ ਕਰਦਾ ਪਿਆ। ਵਾਜ਼ 12 ਬਾਬ ਉਸ ਦੀ ਪਹਿਲੀ ਐਚ ਲਿਖਿਆ, ਆਪਣੀ ਜਵਾਨੀ ਦੇ ਦਿਨਾਂ ਦੇ ਵਿੱਚ ਆਪਣੇ ਖਾਲਕ ਨੂੰ ਯਾਦ ਕਰ, ਜਿਸ ਨੇ ਤੈਨੂੰ ਖਲਕ ਕੀਤਾ, ਜਿਹੜਾ ਤੇਰਾ ਸ਼ੋਹਰ ਹੈ, ਉਹ ਜਿਸ ਦੇ ਬਾਰੇ ਯਸਾਇਆ 54 ਬਾਬ 5 'ਚ ਲਿਖਿਆ, ਤੇਰਾ ਖਾਲਕ ਤੇਰਾ ਸ਼ੋਹਰ ਹੈ। ਉਹਦਾ ਨਾਂ ਰੱਬਲ ਫਾਜੀ, ਉਹ ਕੌਮਾਂ ਦਾ ਰੱਬ ਹੀ, ਉਹ ਤੇਰਾ ਫਿਦਿਆ ਦੇਣ ਵਾਲਾ ਵਾ। ਤੇ ਬਾਈਬਲ 'ਚ ਲਿਖਿਆ ਹੈ, ਪਹਿਲਾ ਕਰੰਥੀਓਂ 7 ਬਾਬ 39 ਐਤ, ਜਿਸ ਔਰਤ ਦਾ ਸ਼ੋਹਰ ਜੀਂਦਾ ਹੈ ਉਹਦੀ ਪਾਬੰਦ ਹੈ, ਅਸੀਂ ਪਾਬੰਦੀਆਂ ਤੋੜੀਆਂ ਹੋਈਆਂ, ਸ਼ੋਹਰ ਜੀਂਦਾ। ਇਸ ਕੀ 16 ਬਾਬ 32 'ਚ ਲਿਖਿਆ ਹੈ, ਤੂੰ ਬਦਕਾਰ ਬੀਵੀ ਦੀ ਮਾਨਤ ਹੈ, ਜਿਹੜੀ ਸ਼ੋਹਰ ਦੀ ਵਜ ਗੈਰਾਂ ਨੂੰ ਪਸੰਦ ਕਰਦੀ। ਅਸੀਂ ਗੈਰਾਂ ਨੂੰ ਪਸੰਦ ਕਰਦੇ ਪਏ। ਉਹ ਵਕਤ ਜਿਹੜਾ ਸਾਨੂੰ ਆਪਣੇ ਸ਼ੋਹਰ ਨੂੰ ਦੇਣਾ ਹੈ, ਐਸੀ ਦੁਲਹਨ ਬਣਨਾ ਹੈ ਜਿਹੜੀ ਬੱਚਿਆਂ ਵਾਲੀ ਦੁਲਹਨ ਹੋਵੇ। ਕਿਉਂਕਿ ਗਜ਼ਲੋ ਗਜ਼ਲਾਤ 'ਚ ਲਿਖਿਆ ਹੈ, ਤੇਰੇ ਦੰਦ ਭੇਡਾਂ ਦੇ ਗੱਲੇ ਦੀ ਤਰ੍ਹਾਂ ਹੋਣ, ਤੇਰੇ ਦੰਦ, ਗਜ਼ਲੋ ਗਜ਼ਲਾਤ 6 ਬਾਬ ਉਹਦੀ 6 ਐਚ, ਤੇਰੇ ਦੰਦ ਭੇਡਾਂ ਦੇ ਗੱਲੇ ਦੀ ਮਾਨਤ ਹੋਣ, ਜਿਨ੍ਹਾਂ ਨੂੰ ਗੁਸਲ ਦਿੱਤਾ ਗਿਆ ਤੇ ਜਿਨ੍ਹਾਂ ਵਿੱਚੋਂ ਹਰ ਇੱਕ ਨੇ 2 ਬੱਚੇ ਦਿੱਤੇ ਹੋਣ ਤੇ ਉਹਨਾਂ 'ਚੋਂ ਇੱਕ ਵੀ ਬਾਂਝ ਨਾ ਹੋਵੇ। ਇੱਕ ਵੀ ਬਾਂਝ। ਸੋ ਸਾਨੂੰ ਬੱਚੇ ਦੇਣਾ ਹੈ, ਐਸੀ ਭੇਡ ਬਣਨਾ ਹੈ, ਆਪਣੀ ਦੂਲੇ ਦੇ ਨਾਲ ਰਹਿਣਾ ਹੈ, ਆਪਣੀ ਜਵਾਨੀ ਦੇ ਦਿਨ ਦੇਣੇ ਨੇ। ਇਹ ਜਵਾਨ, ਵਾਸ 12 ਬਾਬ ਦੀ ਪਹਿਲੀ ਐਤ, ਇਹ ਜਵਾਨ ਆਪਣੀ ਜਵਾਨੀ ਦੇ ਦਿਨਾਂ ਵਿੱਚ ਆਪਣੇ ਖਾਲਕ ਨੂੰ ਯਾਦ ਕਰ, ਜਦ ਕਿ ਬੁਰੇ ਦਿਨ ਹਨੂਸ ਨਹੀਂ ਆਏ। ਬੁੱਢਾ ਤੂੰ ਲੱਤਾਂ ਤੋਂ ਨਹੀਂ ਰਹਿ ਗਿਆ, ਤੇ ਉਹ ਬਰਸ ਨਜ਼ਦੀਕ ਨੇ ਜਿਨ੍ਹਾਂ ਦੇ ਵਿੱਚ ਤੂੰ ਕਵੇਂ ਇਹਨਾਂ ਦੇ ਵਿੱਚ ਤੇ ਮੈਨੂੰ ਕੋਈ ਖੁਸ਼ੀ ਨਹੀਂ, ਮੇਰੇ ਕੋਲ ਤੇ ਤੁਰਿਆ ਵੀ ਨਹੀਂ ਜਾਂਦਾ, ਹੁਣ ਮੌਤ ਮੰਗੀ। ਇਸ ਕਰਕੇ ਰੱਬ ਜਵਾਨੀ ਦੇ ਦਿਨ ਮੰਗਦਾ ਹੈ, ਜਵਾਨੀ ਦੇ ਦਿਨ। ਤੇ ਆਓ ਫਿਰ ਅੱਜ ਦੇ ਦਈਏ। ਅੱਜ ਅਸੀਂ ਜਵਾਨ ਲੋਕ, ਜਿਹੜੇ ਲੋਕ ਜਵਾਨ, ਮੈਂ ਤੇ ਬੁੱਢਾ ਹੈ, ਲੋਕਾਂ ਨੂੰ ਵਕਤ ਦੇ ਸਕਣੇ, ਲੋਕਾਂ ਦੇ ਘਰਾਂ 'ਚ ਜਾ ਸਕਣੇ। ਖੁਦਾ ਯਿਸੂ ਮਸੀਹ ਤਰ੍ਹਾਂ ਲੂਕਾ 13 ਬਾਬ 22 ਐਤ ਨੂੰ ਪੜ੍ਹ ਲਓ, ਲਿਖਿਆ, ਉਹ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਮਨਾਦੀ ਕਰਦਾ ਹੋਇਆ ਤੇ ਤਲੀਮ ਦਿੰਦਾ ਯਰੂਸ਼ਲਮ ਨੂੰ ਵਾਪਸ ਜਾ ਰਿਹਾ ਸੀ। ਅੱਜ ਅਸੀਂ ਵੀ ਪਿੰਡਾਂ 'ਚ ਸ਼ਹਿਰਾਂ 'ਚ ਜਾ ਸਕਨੇ, ਮਨਾਦੀ ਕਰ ਸਕਨੇ ਹਾਂ। ਉਹ ਯਰੂਸ਼ਲਮ ਨੂੰ ਵਾਪਸ ਜਾ ਰਹੇ ਅਸੀਂ ਨਵੀਂ ਯਰੂਸ਼ਲਮ ਨੂੰ ਵਾਪਸ ਜਾਣਾ ਹੈ। ਕਿਆ ਤਿਆਰੀ ਕੀਤੀ ਕਿ ਝੂਠੋ ਝੂਠ ਹੀ ਕਹੀ ਜਾਣੇ ਤੇਰੀ ਬਾਦਸ਼ਾਹੀ ਆਵੇ? ਉਸ ਬਾਦਸ਼ਾਹ ਨੇ ਆ ਜਾਣਾ ਹੈ। ਤੇ ਜਦੋਂ ਬਾਦਸ਼ਾਹ ਆ ਗਿਆ ਤੇ ਫਿਰ ਕੀ ਬਣੇਗਾ? ਕਿਉਂਕਿ ਅਮਸਾਲ ਪਹਿਲਾ ਕਰੰਥੀਓ ਪਹਿਲਾ ਬਾਬ 4 ਐਤ ਤੋਂ ਪੜ੍ਹਨਾ ਸ਼ੁਰੂ ਕਰੀਏ। ਪਹਿਲਾ ਕਰੰਥੀਓ ਪਹਿਲਾ ਬਾਬ 4 ਐਤ ਤੋਂ ਤੇ ਲਿਖਿਆ, ਮੈਂ ਖੁਦਾਵੰਦ ਦੇ ਉਸ ਫਜ਼ਲ ਦੇ ਬਾਅਦ ਜਿਹੜਾ ਮਸੀਹ ਯਿਸੂ ਵਿੱਚ ਹੁੰਦੇ ਆ, ਤੁਹਾਡੇ ਉੱਤੇ ਹੋ ਗਿਆ ਆਪਣੇ ਰੱਬ ਦਾ ਸ਼ੁਕਰ ਕਰਨਾ ਕਿ ਤੁਸੀਂ ਉਸ ਦੇ ਵਿੱਚ ਹੋ ਕੇ ਕਲਾਮ ਤੇ ਇਲਮ ਦੀ ਦੌਲਤ ਦੇ ਵਿੱਚ ਦੌਲਤਮੰਦ ਹੋ ਗਏ ਹੋ। ਕਿਆ ਕਲਾਮ ਤੇ ਇਲਮ ਦੀ ਦੌਲਤ ਹੈ ਸਾਡੇ ਕੋਲ? ਕਿਆ ਉਸ ਨੂੰ ਵੰਡਨੇ?
क्या जिंदगी ਦੀਆਂ ਗੱਲਾਂ ਲੋਕਾਂ ਨੂੰ ਦੱਸਣੇ ਆ ਜਾਂ ਵਕਤ ਜ਼ਾਇਆ ਕਰਨੇ ਆ? ਤੇ ਮਸੀਹ ਦੀ ਗਵਾਹੀ ਤੁਹਾਡੇ 'ਚ ਕਾਇਮ ਹੋਈ ਇੱਥੋਂ ਤੱਕ ਕਿ ਤੁਸੀਂ ਕਿਸੇ ਨਿਮਤ ਦੇ ਵਿੱਚ ਘੱਟ ਨਹੀਂ ਤੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਜ਼ਹੂਰ ਦੇ ਮੁੰਤਜ਼ਰ ਹੋਏ ਤੇ ਕਹਿੰਦੇ ਤੇਰੀ ਬਾਦਸ਼ਾਹੀ ਆਵੇ। ਇਹਦਾ ਮਤਲਬ ਆ ਅਸੀਂ ਜ਼ਹੂਰ ਦੇ ਮੁੰਤਜ਼ਰ ਹੈ। ਅਸੀਂ ਉਸ ਬਾਦਸ਼ਾਹ ਨੂੰ ਟਿਕਣ ਡਏ ਹਾਂ ਜਿਹੜੀ ਆਖਰ ਤੱਕ ਤੈਨੂੰ ਕਾਇਮ ਵੀ ਰੱਖੇਗੀ। ਉਹੀ ਗਵਾਹੀ, ਉਹ ਕਲਾਮ, ਉਹ ਦੌਲਤ ਜਿਹੜੀ ਵੰਡੀ। ਤੇ ਉਸ ਦਿਨ ਤੁਸੀਂ ਬੇਇਲਜ਼ਾਮ ਠਹਿਰੋਗੇ ਜਿੱਦਣ ਉਹ ਆ ਜਾਏਗਾ, ਹਾਂਜੀ ਤੇਰੇ ਕਲਾਮ ਤੇ ਇਲਮ ਦੀ ਦੌਲਤ ਨੂੰ ਵੰਡਿਆ ਸੀ, ਅਸੀਂ ਕਲਾਮ ਸੁਣਾਇਆ, ਅਸੀਂ ਰੂਹਾਂ ਬਚਾਈਆਂ, ਵੇਖ ਲਓ ਮੋਹਰਾਂ ਲੱਗੀਆਂ ਹੋਈਆਂ। ਕਿਉਂਕਿ ਪਹਿਲਾ ਕਰੰਥੀ 9 ਬਾਬ ਉਸਦੀ ਜਿਸ ਵੇਲੇ ਪਹਿਲੀਆਂ 2 ਐਤਾਂ ਪੜ੍ਹੀਏ ਤੇ ਲਿਖਿਆ ਮਿਲਦਾ ਹੈ, ਕਿਆ ਮੈਂ ਆਜ਼ਾਦ ਨਹੀਂ? ਕਿਆ ਮੈਂ ਖੁਦਾਵੰਦ ਨੂੰ ਦੇਖਿਆ? ਕਿਆ ਤੁਸੀਂ ਖੁਦਾਵੰਦ ਦੇ ਵਿੱਚ ਮੇਰੇ ਬਣਾਏ ਹੋਏ ਨਹੀਂ? ਸੋ ਅੱਜ ਵੇਲਾ ਹੈ ਕਿ ਕੁਝ ਬਣਾਈਏ, ਕਲੀਸਿਆ ਨੂੰ ਬਣਾਈਏ, ਢਾਈਏ ਨਾ, ਬਰਬਾਦ ਨਾ ਕਰੀਏ। ਅਗਰ ਲਿਖਿਆ ਕਹਿੰਦਾ ਮੈਂ ਹੋਰ ਵਾਲੇ ਰਸੂਲ ਨਹੀਂ, ਤੇ ਬੇਸ਼ੱਕ ਤੁਹਾਡੇ ਲਈ ਤੇ ਹੈ 6 ਕਹਿੰਦਾ, ਕਿਉਂਕਿ ਤੁਸੀਂ ਮੇਰੀ ਰਸਾਲਤ ਉੱਤੇ ਮੋਹਰ, ਮੈਂ ਤੁਹਾਨੂੰ ਕਲਾਮ ਰਸਾਲ ਕੀਤਾ, ਮੈਂ ਕਲਾਮ ਤੇ ਇਲਮ ਦੀ ਦੌਲਤ ਨੂੰ ਤੁਹਾਡੇ ਤੱਕ ਪਹੁੰਚਾਇਆ। ਸੋ ਅੱਜ ਵੀ ਲੈ ਕਲਾਮ ਨੂੰ ਰਸਾਲ ਕਰ ਲਈਏ, ਅੱਜ ਵੀ ਲੈ ਲੋਕਾਂ ਦੇ ਘਰਾਂ 'ਚ ਜਾਈਏ। ਪਹਿਲਾ ਕਰੰਥੀਓ 15 ਬਾਬ 58 'ਚ ਲਿਖਿਆ ਹੈ, ਖੁਦਾ ਅੱਜ ਮੇਰੇ ਤੁਹਾਡੇ ਤਰਲੇ ਕੱਢਦਾ ਤੇ ਕਹਿੰਦਾ ਸਾਬਤ ਕਦਮ ਹੋ ਜਾਓ, ਕਾਇਮ ਹੋ ਜਾਓ। ਰੱਬ ਕਹਿੰਦਾ ਮੇਰੇ ਕੰਮ ਵਿੱਚ ਹਮੇਸ਼ਾ ਫਜ਼ਾਇਸ਼ ਕਰੋ, ਇਹ ਜਾਣਦੇ ਹੋ ਕਿ ਜਿਹੜੀ ਮਿਹਨਤ ਰੱਬ ਦੇ ਕੰਮ 'ਚ ਕਰ ਲੈਣੀ ਹੈ ਉਹਦਾ ਫਾਇਦਾ ਮਿਲਣਾ, ਫਾਇਦਾ। ਤੇ ਆਓ ਫਾਇਦਾ ਉਠਾ ਲਈਏ, ਚੰਗੇ ਰਹਿ ਜਾਂਗੇ, ਚੰਗੇ ਰਹਿ ਜਾਂਗੇ। ਯਸਾਇਆ 62 ਬਾਬ 'ਚ ਲਿਖਿਆ, ਸਿਉਨ ਦੀ ਖਾਤਰ ਮੈਂ ਚੁੱਪ ਨਹੀਂ ਰਹਿਣਾ, ਜਦੋਂ ਤੱਕ ਯਰੂਸ਼ਲਮ ਦੀ ਖਾਤਰ ਮੈਂ ਦਮ ਨਹੀਂ ਲੈਣਾ, ਜਦੋਂ ਤੱਕ ਇਹਦੀ ਸਦਾਕਤ ਨੂਰ ਦੀ ਤਰ੍ਹਾਂ ਜਲਵਾ ਕਰਨਾ ਹੋਵੇ। ਤੇ ਫਿਰ ਲਿਖਿਆ ਹੈ, ਜਦੋਂ ਮੈਂ ਬੋਲਾਂਗਾ ਫਿਰ ਬਾਦਸ਼ਾਹਾਂ ਦੇ ਉੱਤੇ ਮੇਰੀ ਸ਼ੌਕਤ ਜ਼ਾਹਰ ਹੋਏਗੀ। ਮੈਂ ਖੁਦਾਵੰਦ ਦੇ ਹੱਥ ਵਿੱਚ ਜਲਾਲੀ ਤਾਜ ਤੇ ਸ਼ਾਹਾਨਾ ਅਫਸਰ। ਇਸ ਕਰਕੇ ਅੱਜ ਦਰਵਾਜ਼ਾ ਖੋਲ ਦਈਏ, ਉਹ ਨਾ ਹੋਵੇ ਕਿ ਦੂਲਾ ਚਲੇ ਜਾਏ ਆਵਾਜ਼ਾਂ ਦਿੰਦਾ ਦਿੰਦਾ ਔਰ ਅਸੀਂ ਸੁੱਤੇ ਹੀ ਰਹਿ ਜਾਈਏ, ਅਸੀਂ ਉੱਠਦੇ ਹੀ ਨਹੀਂ ਪਏ। ਉਹ ਰੱਬ ਸਾਨੂੰ ਕਹਿੰਦਾ ਹੈ, ਖੋਲ ਆਪਣਾ ਮੂੰਹ। ਅੰਸਾਲ 23 ਬਾਬ ਉਹਦੀ 16 'ਚ ਲਿਖਿਆ, ਜਦੋਂ ਤੇਰੇ ਮੂੰਹ 'ਚੋਂ ਅਸੀਂ ਮੂੰਹ ਹੀ ਨਹੀਂ ਖੋਲਦੇ। ਲਿਖਿਆ ਜਦੋਂ ਤੇਰੇ ਮੂੰਹ 'ਚੋਂ ਸੱਚੀਆਂ ਗੱਲਾਂ ਨਿਕਲ ਗਈਆਂ, ਰੱਬ ਕਹਿੰਦਾ ਮੇਰਾ ਦਿਲ ਸ਼ਾਦਮਾਨ ਹੋ ਜਾਏਗਾ। ਅੱਜ ਵੇਲੇ ਆਪਣੇ ਦਿਲ ਨੂੰ, ਰੱਬ ਦੇ ਦਿਲ ਨੂੰ ਖੁਸ਼ ਕਰ ਲਈਏ, ਚੰਗੇ ਰਹਿ ਜਾਂਗੇ। ਖੁਦਾਵੰਦ ਤੇਰਾ ਖਾਦਮ ਹੁੰਦੇ ਆ, ਜਿਹੜਾ ਕਲਾਮ ਤੂੰ ਮੈਨੂੰ ਦਿੱਤਾ ਹੈ, ਉਸ ਕਲਾਮ ਨੂੰ ਪੂਰੀ ਦਿਆਨਤਦਾਰੀ ਨੂੰ ਮੈਂ ਤੇਰੇ ਲੋਕਾਂ ਤੱਕ ਪਹੁੰਚਾ ਦਿੱਤਾ। ਇਸ ਇਮਾਨ ਤੇ ਉਮੀਦ ਨਾਲ ਕਿ ਤੇਰਾ ਕਲਾਮ ਬੰਦ ਜ਼ਿਹਨਾਂ ਨੂੰ ਖੋਲ੍ਹਦਾ। ਜਦੋਂ ਜ਼ਿਹਨ ਖੁੱਲ੍ਹਦੇ ਨੇ, ਲੋਕ ਕਿਤਾਬੇ ਮੁਕੱਦਸ ਦੀਆਂ ਗੱਲਾਂ ਨੂੰ ਸਮਝਦੇ ਨੇ ਤੇ ਫਿਰ ਦੂਜਿਆਂ ਨੂੰ ਸਮਝਾਉਂਦੇ ਨੇ, ਤੇ ਫਿਰ ਰਸਾਲਤ ਦੀਆਂ, ਤੇ ਕਿਸ ਰਸਾਲਤ ਦੀਆਂ? ਕਲਾਮ ਦੀ ਰਸਾਲਤ ਦੀਆਂ ਮੋਹਰਾਂ ਲੋਕਾਂ ਤੇ ਲਾਉਂਦੇ ਨੇ। ਤੇ ਜਦੋਂ ਤੂੰ ਆਵੇਂਗਾ, ਤੇਰੇ ਲੋਕਾਂ ਦੀਆਂ ਮੋਹਰਾਂ ਲੋਕਾਂ ਤੇ ਲੱਗੀਆਂ ਹੋਣਗੀਆਂ, ਤੇ ਉਸ ਦਿਨ ਫਿਰ ਤੇਰੇ ਲੋਕ ਬੇਇਲਜ਼ਾਮ ਠਹਿਰਨਗੇ, ਤੇ ਬਰਕਤ ਦੀ ਦਲੇਰੀ ਦੀ ਰੂਹ ਤੇਰੇ ਲੋਕਾਂ ਦੇ ਅੰਦਰ ਆ ਜਾਏ ਤੇ ਕਲਾਮ ਨੂੰ ਬੋਲਣਾ ਸ਼ੁਰੂ ਕਰ ਦੇਣ। ਅੰਜੀਲੀ ਮਨਾਦ ਬਣਨੇ। ਸਭ ਕੁਝ ਮੰਗਣਾ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਤੇ ਆਓ ਭਰਾਓ ਫਿਰ ਕਲਾਮ ਨੂੰ ਸ਼ੇਅਰ ਕਰੀਏ, ਬੈਲ ਦਾ ਬਟਨ ਦਬਾਈਏ ਤਾਂ ਕਿ बर वक्त खुदा बंदा कलाम साढ़े तक पहुँचता रहे।